तीन घल्लूकारे होए ने, एक छोटा कानूवाल ते हो गया, यानी कि वो घल्लूकारियां भी किते ना किते अपने अज दे कौम के जिहड़े सिख ने वो भुल चुके ने, घट याद किया जाता। पर क्यों जून 1984 नूं कहा जाता कि नैवर फॉरगेट 1984? ये साडे मनुक्खी सुभाਅ दे विच आ भी जदों असीं जिहड़े समय दे विच रह रहे हुंदे आ उस समय ਨੂੰ ਅਸੀਂ ਉਦਾਂ ਦਾ ਸਾਡਾ ਮਨ ਹੋ ਜਾਂਦਾ ਤੇ ਇਸ ਕਰਕੇ ਪੁਰਾਣੇ ਜਿਹੜੇ ਘੱਲੂਘਾਰੇ ਪਹਿਲਾਂ ਹੋਏ ਨੇ ਇਹਦੇ 'ਚ ਕੋਈ ਸ਼ੱਕ ਨਹੀਂ। ਉਦੋਂ ਦੇ ਯੋਧਿਆਂ ਨੇ ਜਿਹੜੇ ਉਦੋਂ ਘੱਲੂਘਾਰੇ ਹੋਏ ਨੇ ਉਹਦੇ ਬਾਅਦ ਜਿਹੜੇ ਯੋਧੇ ਹੋਏ ਨੇ ਜਿਨ੍ਹਾਂ ਨੇ ਇਹਦਾ ਬਦਲਾ ਲਿਆ ਹੈ ਕਿਉਂਕਿ ਸਿੱਖ ਭਾਜੀ ਮੋੜਦਾ ਇਹ ਵਾਲਾ ਘੱਲੂਘਾਰਾ ਸਾਡੇ ਅੰਦਰ ਕਿਉਂ ਜ਼ਿਆਦਾ ਰੋਸ ਹੈ, ਇਸੇ ਕਰਕੇ ਸਾਡੇ ਅੰਦਰ ਜ਼ਿਆਦਾ ਰੋਸ ਬਣਦਾ ਕਿਉਂਕਿ ਸਾਨੂੰ ਬਾਰ-ਬਾਰ ਛੇੜਿਆ ਜਾਂਦਾ ਹੈ, ਸਾਨੂੰ ਚੜਾਇਆ ਜਾਂਦਾ ਹੈ ਤੇ ਅਸੀਂ ਤਾਂ ਸਿੱਖ ਪਹਿਲਾਂ ਤੋਂ ਭਾਜੀ ਮੋੜਨਾ ਜਾਣਦੇ ਹਾਂ ਤੇ ਜਦੋਂ ਸਾਡੇ ਅੱਖੀ ਡਿੱਠਾ ਹਾਲ ਫਿਰ ਸਾਨੂੰ ਰੋਜ਼ ਹੀ ਛੇੜਨਾ ਤੇ ਫਿਰ ਇਹ ਸਾਡੇ ਕੋਲ ਜਰਿਆ ਨਹੀਂ ਜਾਂਦਾ ਤੇ ਜਦੋਂ ਜਰਨ ਤੋਂ ਉੱਤੇ ਹੋ ਜੇ ਕੰਮ ਤੇ ਫਿਰ ਤੁਹਾਨੂੰ ਪਤਾ ਫਿਰ ਉਹ ਦਰਦ ਹਰ ਵੇਲੇ ਮੌਜੂਦ ਹੀ ਰਹਿੰਦਾ। ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟਾ ਸੱਪ ਹੈ ਦੁੱਧ ਪਿਆਲੀ ਹੈ। ਸੱਪ ਨੂੰ ਅਸੀਂ ਦੁੱਧ ਹੀ ਪਿਆਇਆ ਅਸਲ ਦੇ ਵਿੱਚ ਕਿਉਂਕਿ ਬੜਾ ਹੀ ਸਾਡੀ ਕੌਮ ਨੇ, ਮੈਂ ਕਿਸੇ ਧੜੇ ਨੂੰ ਨਹੀਂ ਆਖਾਂਗਾ ਪਰ ਸਾਡੀ ਕੌਮ ਨੇ ਜਿੰਨੀਆਂ ਸ਼ਹਾਦਤਾਂ ਇਹਨਾਂ ਦੇ ਖਾਤਰ ਦਿੱਤੀਆਂ ਆਪਣਿਆਂ ਲਈ ਨਹੀਂ, ਜਿੰਨੀਆਂ ਅਸੀਂ ਇਹਨਾਂ ਲਈ ਸ਼ਹਾਦਤਾਂ ਦਿੱਤੀਆਂ, ਇਹਨਾਂ ਨੂੰ ਸੁਖੀ ਵਸਣ ਲਈ ਸ਼ਹਾਦਤਾਂ ਦਿੱਤੀਆਂ, ਇਹ ਸਾਨੂੰ ਉਨਾ ਹੀ ਚੜਾਉਂਦੇ ਨੇ। ਇਹ ਜਿਹੜੇ ਅੰਦੋਲਨ ਹੋ ਰਹੇ ਨੇ ਪਹਿਲਾਂ ਜਿਹੜੇ ਮੱਥੇ ਲਾਏ ਹੋਣਗੇ ਉਹਨਾਂ ਨੂੰ ਮੁਬਾਰਕ ਹੈ, ਪਰ ਜਿੰਨੀ ਵਾਰੀ ਮਾਰ ਚੱਲੀ ਹੈ, ਕੋਈ ਪੱਛਮ ਤੋਂ ਕੋਈ ਜੰਗ ਹੋਈ ਹੈ, ਕੋਈ ਉੱਤਰ ਤੋਂ ਹੋਈ, ਕੋਈ ਕਿਸੇ ਪਾਸੋਂ ਜੰਗ ਹੋਈ, ਸਾਡਾ ਪੰਜਾਬ ਵਿੱਚ ਆਉਂਦਾ ਸੀ। ਤੇ ਅੱਜ ਵੀ ਆ ਪਿੱਛੇ ਜੇ ਤੁਸੀਂ ਬਿਆਨ ਵੀ ਸ਼ਾਇਦ ਸੁਣਿਆ ਹੋਵੇ ਪਾਕਿਸਤਾਨ ਤੇ ਕਹਿੰਦਾ ਵੀ ਜੇ ਵਿੱਚ ਪੰਜਾਬ ਨਾ ਹੋਵੇ ਤੇ ਅਸੀਂ ਮਿੰਟ ਦੇ ਵਿੱਚ ਤੇ ਚੜ੍ਹ ਆਈਏ। ਚਲੋ ਇਹ ਵੀ ਮੰਨ ਲਈਏ ਵੀ ਜੇ ਅਸੀਂ ਕਿਤੇ ਨਾ ਕਿਤੇ ਇਹਨਾਂ ਦੀ, ਵੈਸੇ ਤਾਂ ਸਾਡਾ ਮਨ ਮੰਨਦਾ ਨਹੀਂ, ਜੇ ਇਹ ਕਹਿੰਦੇ ਨੇ ਉੱਥੇ ਅੱਤਵਾਦੀ ਸੀ ਸੱਚਖੰਡ ਸਾਹਿਬ ਤੇ ਇਹਨਾਂ ਨੇ ਹਮਲਾ ਕਰਤਾ, ਉੱਥੇ ਅੱਤਵਾਦੀ ਸੀ, ਬਾਕੀ ਜਿਹੜੇ 37 ਗੁਰਦੁਆਰਿਆਂ ਦੇ ਉੱਤੇ ਹਮਲਾ ਹੋਇਆ ਉਸ ਵੇਲੇ ਉੱਥੇ ਕਿਹੜੇ ਅੱਤਵਾਦੀ ਸੀਗੇ? ਇਹ ਜਾਣਬੁੱਝ ਕੇ ਸਰਕਾਰਾਂ ਦੇ ਟੈਕਟ ਹੁੰਦੇ ਨੇ, ਅਸਲ ਦੇ ਵਿੱਚ ਇਹ ਸਾਨੂੰ ਖਤਮ ਕਰਨਾ ਚਾਹੁੰਦੇ ਨੇ ਸ਼ੁਰੂ ਤੋਂ ਹੀ। ਜਿਹੜੀ ਖਾਲਿਸਤਾਨ ਦੀ ਗੱਲ ਇੱਦਾਂ ਵੀ ਸੰਤਾਂ ਨੇ ਆਪ ਮੰਗ ਨਹੀਂ ਸੀ ਕੀਤੀ ਖਾਲਿਸਤਾਨ ਦੀ, ਨਾ ਹੀ ਕਦੀ ਆਖਿਆ ਸੀ, ਨਾ ਹੀ ਅੱਜ ਕੋਈ ਮੰਗ ਕਰਦਾ ਹੈ। ਸੰਤਾਂ ਨੇ ਕਿਹਾ ਸੀ ਵੀ ਅਸੀਂ ਬਰਾਬਰ ਦੇ ਸ਼ਹਿਰੀ ਰਹਿਣਾ ਹੈ, ਅਸੀਂ ਇਸ ਕਰਕੇ ਨਹੀਂ, ਅਸੀਂ ਖਾਲਿਸਤਾਨ, ਅਸੀਂ ਵੱਖਰਾ ਮੁਲਕ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਸਾਡੀ ਬਰਾਬਰਤਾ ਹੋਵੇ। ਅਸੀਂ ਪੜ੍ਹਦੇ ਵੀ ਹਾਂ ਦੋਹਰਾ ਮਹਾਰਾਜ ਸਾਹਿਬ ਦੀ ਬਾਣੀ ਦਾ, ਖੁਆਰ ਹੋਏ ਸਭ ਮਿਲਾਂਗੇ। ਖੁਆਰ ਤੇ ਅਸੀਂ ਬਹੁਤ ਹੋ ਗਏ, ਅੱਜ ਮਿਲ ਗਏ ਹਾਂ ਤੇ ਬਚੇ ਸ਼ਰਨ ਜੋ ਹੋਏ। ਬਾਕੀ ਇਸ ਤੋਂ ਪਹਿਲਾਂ ਵਾਲੀ ਪੰਕਤੀ ਤੁਹਾਨੂੰ ਵੀ ਪਤਾ ਹੈ ਕਿ ਰਾਜ ਕਰੇਗਾ ਖਾਲਸਾ, ਇਹ ਮਹਾਰਾਜ ਸਾਹਿਬ ਦੀ ਬਾਣੀ ਹੈ। ਬਾਕੀ ਅਸੀਂ ਚਾਹੁੰਦੇ ਨਹੀਂ, ਪਰ ਜੇ ਇਹੀ ਹਾਲਾਤ ਰਹੇ ਤੇ ਫਿਰ ਜਰੀਆ ਵੀ ਕੋਈ ਨਹੀਂ ਰਹਿ ਜਾਂਦਾ ਮਗਰ। दर्शकों तुसी बने हुए हो पंजाब न्यूज़ दे नाल ते मैं हरजीत कौर। जिथे तुसी देखिया कि 1 जून तो 6 जून के जो दिन आउंदे ने तां घल्लूघारा दिलों दे विच उसे तरह ताज़ा हो जाता जदों कि 1 जून 1984 दे विच अकाल तख्त साहिब ते ब्लू स्टार होया, साका नीला तारा होया। तो अज भी हर एक जगह ते उन्होंने नतमस्तक उन्होंने शहीदों को याद किया जाता है। दरबार साहिब ते भी लखां संगतां अज दे दिन उत्थे इकत्तर हुंदियां ने, वो शहीदियां नूं याद करदियां ने जिहड़ा कि 1984 दे विच होईयां सी। तां किसानी अंदोलन दे विच मौजूद आ, इत्थे भी घल्लूघारा दिवस मनाया जा रहा जिथे संत जरनैल सिंह भिंडरां वालियां दी शहादत हुंदी आ तां उन्हां नूं भी याद किया जाता। उहदे नाल अनेकां जिहड़े सिंह सिंघणियां शहीद होए सी उन्हां नूं भी याद किया जा रहा। तां अज दे दिन इत्थे दरबार साहिब दे हजूरी रागी जी सिमरप्रीत सिंह जी भी पहुंचे ने, गलबात करांगे उन्हां नाल। वाहिगुरू जी का खालसा वाहिगुरू जी का खालसा वाहिगुरू जी की फतेह जी। ਸਾਰੇ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਬਹੁਤ ਧੰਨਵਾਦ ਜਿਹੜੇ ਆਪ ਜੀ ਇੱਥੇ ਪਹੁੰਚੇ ਹੋ ਸਾਰੇ ਤੇ ਇਸ ਸਾਰੇ ਸਮਾਗਮ ਨੂੰ ਕਵਰੇਜ ਕਰ ਰਹੇ ਹੋ। ਤੇ ਸਮਾਂ ਆਪ ਜੀ ਨੂੰ ਜਿਵੇਂ ਪਤਾ ਹੈ ਸਾਰਿਆਂ ਨੇ ਵੀ ਬਹੁਤ ਔਖਾ ਸਮਾਂ ਆ, ਅਸੀਂ ਸਾਰੇ ਇਹਨਾਂ ਦਿਨਾਂ ਨੂੰ ਮਨਾ ਰਹੇ ਹਾਂ। ਮਨ ਦੇ ਵਿੱਚ ਬੜੀ ਵਿਰਾਗ ਦੇ ਵਿੱਚ ਅਸੀਂ ਸਾਰੇ ਇੱਥੇ ਖਲੋਤੇ ਹਾਂ, ਸਮਾਗਮ ਨੂੰ ਮਨਾਇਆ। ਕਈਆਂ ਦੇ ਮਨ ਵੀ ਥੱਲੇ ਭਰੇ ਹੋਏ, ਇਹਨਾਂ ਯਾਦਾਂ ਤਾਜ਼ੀਆਂ ਹੁੰਦੀਆਂ ਨੇ ਜਿਹੜੇ ਘਰਾਂ ਦੇ ਵਿੱਚੋਂ ਚਿਰਾਗ ਗਏ ਨੇ, ਉਹਨਾਂ ਦੀ ਯਾਦਾਂ ਦੇ ਵਿੱਚ ਅਸੀਂ ਖੜ੍ਹੇ ਹਾਂ ਤੇ ਤੁਸੀਂ ਇਹ ਸਾਰਾ ਮੈਸੇਜ ਸਾਰੇ ਸੰਸਾਰ ਨੂੰ ਦੇ ਰਹੇ ਹੋ। ਇਸ ਲਈ ਆਪ ਜੀ ਦਾ ਸਭ ਤੋਂ ਪਹਿਲਾਂ ਤਹਿ ਦਿਲੋਂ ਧੰਨਵਾਦ ਕਰਦੇ ਜੀ। ਤੁਸੀਂ ਕਿਵੇਂ ਦੇਖਦੇ ਹੋ ਕਿ 3 ਘੱਲੂਘਾਰੇ ਹੋਏ ਨੇ, ਇੱਕ ਛੋਟਾ ਕਾਨੂੰਵਾਲ ਤੇ ਹੋ ਗਿਆ, ਯਾਨੀ ਕਿ ਉਹ ਘੱਲੂਘਾਰਿਆਂ ਨੂੰ ਵੀ ਕਿਤੇ ਨਾ ਕਿਤੇ ਆਪਣੇ ਅੱਜ ਦੇ ਕੌਮ ਦੇ ਜਿਹੜੇ ਸਿੱਖ ਨੇ ਉਹ ਭੁੱਲ ਚੁੱਕੇ ਨੇ, ਘੱਟ ਯਾਦ ਕੀਤਾ ਜਾਂਦਾ। ਪਰ ਕਿਉਂ ਜੂਨ 1984 ਨੂੰ ਕਿਹਾ ਜਾਂਦਾ ਕਿ ਨੈਵਰ ਫੋਰਗੇਟ 1984? ਮਤਲਬ ਕਿ ਇੰਨਾ ਕਿੰਨਾ ਕੁ ਉਹਦੇ ਵਿੱਚ ਘਾਣ ਹੋਇਆ, ਨਸਲਕੁਸ਼ੀ ਹੋਈ ਜਿਹੜੀ ਕਿ ਅੱਜ ਵੀ ਜਦੋਂ 1 ਜੂਨ ਸ਼ੁਰੂ ਹੋ ਜਾਂਦਾ ਉਦੋਂ ਹੀ ਹਰ ਇੱਕ ਦੇ ਅੱਖਾਂ ਦੇ ਵਿੱਚ ਆਪਾਂ ਕਹਿ ਸਕਦੇ ਸਹਿਮ ਜਾਂਦੀਆਂ ਨੇ, ਆਂਸੂ ਆ ਜਾਂਦੇ ਨੇ। ਤਾਂ ਇਹ ਵੀ ਹੁੰਦਾ ਕਿ ਕਿਉਂ ਸਾਡਾ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ? ਕਿਵੇਂ ਦੇਖਦੇ ਹੋ? ਪਹਿਲੀ ਗੱਲ ਤੇ ਤੁਹਾਡੀ ਪਹਿਲੀ ਗੱਲ ਦਾ ਜਵਾਬ, ਪਹਿਲਾਂ ਵੀ ਘੱਲੂਘਾਰੇ ਹੋਏ ਨੇ, ਸਾਡੀ ਕੌਮ ਸਾਡੀ ਭੁੱਲੀ ਨਹੀਂ ਹੈ। ਪਰ ਇਹ ਹੁੰਦਾ ਹੈ ਵੀ ਜਿਹੜੀ ਚੀਜ਼ ਅਸੀਂ ਆਪ ਪਿੰਡੇ ਤੇ ਹੰਡਾਈ ਹੁੰਦੀ ਹੈ ਨਾ, ਉਹਦਾ ਅਸਰ ਜਿਹੜਾ ਹੁੰਦਾ ਵੀ ਜਿਹੜੀ ਅਸੀਂ ਪ੍ਰਤੱਖ ਕਈ ਵਾਰੀ ਅਸੀਂ ਜੀਵਨ ਦੇ ਵਿੱਚ ਵਿਚਰਦੇ ਹਾਂ, ਇੱਧਰ ਉੱਧਰ ਜਾਂਦੇ ਹਾਂ, ਕਈ ਵਾਰੀ
ਕੋਈ ਸਮਾਗਮ ਹੁੰਦੇ ਨੇ ਵਿਆਹ ਸ਼ਾਦੀ ਦੇ, ਤੇ ਅਸੀਂ ਉਹ ਸਮਾਗਮ ਜਦੋਂ ਹਾਜ਼ਰ ਹੁੰਦੇ ਹਾਂ ਤਾਂ ਸਾਡੀ ਮਨ ਦੀ ਬਿਰਤੀ ਇਹੋ ਜਿਹੀ ਹੈ, ਮਨ ਚੰਚਲ ਆ, ਮਨ ਇਹੋ ਜਿਹਾ ਵੀ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਇਹ ਸਾਡੇ ਮਨੁੱਖੀ ਸੁਭਾਅ ਦੇ ਵਿੱਚ ਆ ਵੀ ਜਦੋਂ ਅਸੀਂ ਜਿਹੜੇ ਸਮੇਂ ਦੇ ਵਿੱਚ ਰਹਿ ਰਹੇ ਹੁੰਦੇ ਆ ਉਸ ਸਮੇਂ ਨੂੰ ਅਸੀਂ ਉੱਦਾਂ ਦਾ ਸਾਡਾ ਮਨ ਹੋ ਜਾਂਦਾ ਤੇ ਇਸ ਕਰਕੇ ਪੁਰਾਣੇ ਜਿਹੜੇ ਘੱਲੂਘਾਰੇ ਪਹਿਲਾਂ ਹੋਏ ਨੇ ਇਹਦੇ 'ਚ ਕੋਈ ਸ਼ੱਕ ਨਹੀਂ। ਉਦੋਂ ਦੇ ਯੋਧਿਆਂ ਨੇ ਜਿਹੜੇ ਉਦੋਂ ਘੱਲੂਘਾਰੇ ਹੋਏ ਨੇ, ਉਹਦੇ ਬਾਅਦ ਜਿਹੜੇ ਯੋਧੇ ਹੋਏ ਨੇ ਜਿਨ੍ਹਾਂ ਨੇ ਇਹਦਾ ਬਦਲਾ ਲਿਆ ਹੈ, ਕਿਉਂਕਿ ਸਿੱਖ ਭਾਜੀ ਮੋੜਦਾ ਹੈ। ਸਿੱਖਾਂ ਨੇ ਸ਼ੁਰੂ ਤੋਂ ਹੀ ਅਬਦਾਲੀ ਨੇ ਜੇ ਢਹਿ ਢੇਰੀ ਕੀਤਾ, ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਉਸੇ ਵੇਲੇ ਭਾਜੀ ਮੋੜੀ। ਇਸੇ ਤਰ੍ਹਾਂ ਜਦੋਂ ਘੱਲੂਘਾਰੇ ਹੋਏ ਉਹਦੇ ਬਾਅਦ ਹਰ ਘੱਲੂਘਾਰੇ ਦਾ ਬਦਲਾ ਵੀ ਲਿਆ ਗਿਆ ਆ। ਪਰ ਜਿਹੜਾ ਹੁਣ ਸਮਾਂ ਆ, ਕਿਉਂਕਿ ਅਸੀਂ ਪਿੰਡੇ ਹੰਡਾਇਆ, ਸਾਡੇ ਬਜ਼ੁਰਗਾਂ ਨੇ, ਇਹ ਸਾਡੀ ਸਦੀ ਦਾ ਆ, ਸਾਡੇ ਵਿੱਚ ਆ। ਪੁਰਾਣਾ ਜਿਹੜਾ ਘੱਲੂਘਾਰੇ ਹੋਏ ਨੇ ਜਿਨ੍ਹਾਂ ਨੇ ਪਿੰਡੇ ਹੰਡਾਏ ਨੇ ਉਹਨਾਂ ਨੇ ਰੱਜ ਕੇ ਉਹਦੇ ਬਦਲੇ ਲਏ ਨੇ ਤੇ ਅੱਜ ਅਸੀਂ ਪਿੰਡੇ ਹੰਡਾਇਆ ਆ। ਸਾਡੇ ਬਜ਼ੁਰਗ ਸਾਨੂੰ ਦੱਸਦੇ ਨੇ, ਅਸੀਂ ਰੋਜ਼ਾਨਾ ਹੀ, ਅੱਜ ਵੱਡੀ ਗੱਲ ਇਹ ਵੀਡੀਓ ਵੀ ਸਾਰੀਆਂ ਬਣੀਆਂ ਪਈਆਂ ਨੇ YouTube ਦੇ ਉੱਤੇ। ਅੱਜ ਬੱਚਾ ਹਰ ਕੋਈ ਐਕਟਿਵ ਰਹਿੰਦਾ ਆ ਸੋਸ਼ਲ ਮੀਡੀਆ ਦੇ ਉੱਤੇ ਤੇ ਅਸੀਂ ਆਮ ਕਰਕੇ ਵੇਖਦੇ ਰਹਿੰਦੇ ਵੀ ਕਿੰਨਾ ਤਸੱਦਦ ਹੋਇਆ, ਕਿਵੇਂ ਅਸੀਂ ਰੋਜ਼ਾਨਾ ਹੀ ਦਰਬਾਰ ਸਾਹਿਬ ਅੱਜ ਜਾਂਦੇ ਵੀ ਆ ਤੇ ਉੱਥੇ ਜਾਣਾ ਵੀ ਸੌਖਾ ਹੈ। ਉੱਥੇ ਜਾ ਕੇ ਜਦੋਂ ਗੋਲੀਆਂ ਦੇ ਨਿਸ਼ਾਨ ਵੇਖਦੇ ਤੇ ਫਿਰ ਉਹ ਸਾਰੇ ਸਾਡੇ ਜਿੰਨੇ ਅੰਦਰ ਹੁੰਦਾ ਹੈ ਉਹ ਭਰ ਹੁੰਦਾ ਹੈ ਸਾਰਾ ਕੁਝ ਵੇਖ ਕੇ। ਤੇ ਵੱਡੀ ਗੱਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ 20ਵੀਂ ਸਦੀ ਦੇ ਯੋਧੇ, ਸਾਰਿਆਂ ਉਹਨਾਂ ਨੂੰ ਮਿਲਿਆ, ਉਹਨਾਂ ਦੇ ਸੁਭਾਅ ਨੂੰ ਸਾਰੇ ਵਾਕਫ ਸੀ। ਸਾਡੇ ਮਾਂ-ਬਾਪ, ਸਾਡੇ ਬਹੁਤ ਬਜ਼ੁਰਗ ਨਹੀਂ, ਦਾਦਾ ਦਾਦੀ ਤੱਕ ਨਹੀਂ, ਸਾਡੇ ਮੇਰੇ ਆਪਣੇ ਪਿਤਾ ਜੀ, ਉਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਸੰਗਤ ਕੀਤੀ। ਮੇਰੇ ਨਾਲ ਸਿੰਘ ਆਏ ਨੇ, ਇਹਨਾਂ ਦੇ ਪਿਤਾ ਜੀ ਸੰਤਾਂ ਦੇ ਨਾਲ ਰਹੇ ਤੇ ਉਹ ਸਾਰਾ ਉਹਨਾਂ ਨੇ ਸਾਨੂੰ ਇਤਿਹਾਸ ਮੁੱਖੋਂ ਦੱਸਿਆ ਤੇ ਸਾਡੀ ਇੰਨਾ ਆਪਣੇ ਪਿਓ ਦੇ ਉੱਤੇ ਵਿਸ਼ਵਾਸ ਹੁੰਦਾ ਵੀ ਪਿਓ ਝੂਠ ਨਹੀਂ ਬੋਲਦਾ। ਤੇ ਜਦੋਂ ਅਸੀਂ ਇਹਨੂੰ ਪਿੰਡੇ ਹੰਡਾਉਂਦੇ ਆ ਨਾ ਤੇ ਫਿਰ ਉਹਦੇ ਬਾਅਦ ਜਦੋਂ ਉਹ ਦਿਨ ਦੁਬਾਰਾ ਆਉਂਦੇ ਨੇ, ਬਾਰ-ਬਾਰ ਆਉਂਦੇ ਨੇ ਤੇ ਉਹ ਜ਼ਿਆਦਾ ਸਾਡੇ ਅੰਦਰ ਇੱਕ ਸੱਟ ਮਾਰਦੇ ਨੇ। ਤੇ ਉਹਦੇ ਬਾਅਦ ਸਭ ਤੋਂ ਵੱਡੀ ਚੀਜ਼ ਉਹ ਤਾਂ ਜ਼ਿਆਦਾ, ਉਹ ਅੱਜ ਵੀ ਸਾਡੀ ਸਰਕਾਰ ਸਾਨੂੰ ਛੱਡ ਨਹੀਂ ਰਹੀ। ਇੱਕ ਤੇ ਸਮਾਂ ਹੁੰਦਾ ਬੀਤ ਜਾਂਦਾ, ਅਸੀਂ ਯਾਦਾਂ ਮਨਾਈ ਜਾਈਏ, ਇੱਕ ਤੇ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ। ਦੂਜਾ ਜੇ ਅਸੀਂ ਉਹ ਦਿਨ ਮਨਾਉਂਦੇ ਆ, ਅੱਜ ਵੀ ਤੁਸੀਂ ਆ ਕੱਲ ਪਰਸੋਂ ਦੀ ਘਟਨਾ ਜਿਹੜੀ ਹੋਈ ਹੈ ਰਾਜਪੁਰੇ ਦੇ ਵਿੱਚ, ਅਸੀਂ ਸਾਰਿਆਂ ਨੇ ਵੇਖੀ ਹੈ ਵੀ ਵੇਖੋ ਅੱਤਵਾਦ ਨੇ ਪੋਸਟਰ ਵੀ ਲਾਏ, ਉਹਨਾਂ ਨੇ ਪੋਸਟਰ ਲਾ ਕੇ ਇਹ ਸਾਨੂੰ ਛੇੜਦੇ ਨੇ ਬਾਰ-ਬਾਰ। ਜਦੋਂ ਸਾਨੂੰ ਛੇੜਦੇ ਨੇ ਜਦੋਂ ਇਹ ਕਿਉਂਕਿ ਸਾਡੇ ਵਿੱਚ ਅਸੀਂ ਤਾਂ ਇਸ ਚੀਜ਼ ਨੂੰ ਜ਼ਿਆਦਾ, ਆਪ ਜੀ ਨੇ ਸਵਾਲ ਕੀਤਾ ਸੀਗਾ ਵੀ ਅੱਜ ਦੇ ਇਹ ਵਾਲਾ ਘੱਲੂਘਾਰਾ ਸਾਡੇ ਅੰਦਰ ਕਿਉਂ ਜ਼ਿਆਦਾ ਰੋਸ ਹੈ। ਇਸੇ ਕਰਕੇ ਸਾਡੇ ਅੰਦਰ ਜ਼ਿਆਦਾ ਰੋਸ ਬਣਦਾ ਹੈ ਕਿਉਂਕਿ ਸਾਨੂੰ ਬਾਰ-ਬਾਰ ਛੇੜਿਆ ਜਾਂਦਾ ਹੈ, ਸਾਨੂੰ ਚਿੜਾਇਆ ਜਾਂਦਾ ਹੈ ਤੇ ਅਸੀਂ ਤਾਂ ਸਿੱਖ ਪਹਿਲਾਂ ਤੋਂ ਭਾਜੀ ਮੋੜਨਾ ਜਾਣਦੇ ਹਾਂ ਤੇ ਜਦੋਂ ਸਾਡੇ ਅੱਖੀ ਡਿੱਠਾ ਹਾਲ ਫਿਰ ਸਾਨੂੰ ਰੋਜ਼ ਹੀ ਛੇੜਨਾ ਤੇ ਫਿਰ ਇਹ ਸਾਡੇ ਕੋਲ ਜਰਿਆ ਨਹੀਂ ਜਾਂਦਾ। ਤੇ ਜਦੋਂ ਜਰਨ ਤੋਂ ਉੱਤੇ ਹੋ ਜੇ ਕੰਮ ਤੇ ਫਿਰ ਤੁਹਾਨੂੰ ਪਤਾ ਫਿਰ ਉਹ ਦਰਦ ਹਰ ਵੇਲੇ ਮੌਜੂਦ ਹੀ ਰਹਿੰਦਾ ਹੈ। ਤੇ ਉਹਦਾ ਦੂਜਾ ਪੱਖ ਇਹ ਹੈ ਵੀ ਅੱਜ ਦੀ ਸਰਕਾਰ, ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਸੀਂ ਹੁਣੇ ਕੀਰਤਨ ਕੀਤਾ, ਗੁਰੂ ਸਾਹਿਬ ਜੀ ਦੀ ਬਾਣੀ ਨੇ ਤੇ ਪ੍ਰਤੱਖ ਹੀ ਆਖਿਆ ਵੀ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟੈ, ਸੱਪ ਹੈ ਦੁੱਧ ਪਿਆਲੀ ਹੈ। ਸੱਪ ਨੂੰ ਅਸੀਂ ਦੁੱਧ ਹੀ ਪਿਆਇਆ ਅਸਲ ਦੇ ਵਿੱਚ, ਕਿਉਂਕਿ ਬੜਾ ਹੀ ਸਾਡੀ ਕੌਮ ਨੇ, ਮੈਂ ਕਿਸੇ ਧੜੇ ਨੂੰ ਨਹੀਂ ਆਖਾਂਗਾ ਪਰ ਸਾਡੀ ਕੌਮ ਨੇ ਜਿੰਨੀਆਂ ਸ਼ਹਾਦਤਾਂ ਇਹਨਾਂ ਦੇ ਖਾਤਰ ਦਿੱਤੀਆਂ, ਆਪਣਿਆਂ ਲਈ ਨਹੀਂ, ਜਿੰਨੀਆਂ ਅਸੀਂ ਇਹਨਾਂ ਲਈ ਸ਼ਹਾਦਤਾਂ ਦਿੱਤੀਆਂ, ਇਹਨਾਂ ਨੂੰ ਸੁਖੀ ਵਸਣ ਲਈ ਸ਼ਹਾਦਤਾਂ ਦਿੱਤੀਆਂ, ਇਹ ਸਾਨੂੰ ਉਨਾ ਹੀ ਚੜਾਉਂਦੇ ਨੇ। ਕੱਲ੍ਹ ਪਰਸੋਂ ਮੈਂ ਅੱਜ ਹੀ ਗੱਲ ਕਰਦਾ ਸੀ, ਵੀਰ ਜੀ ਹੋਣੀ ਸਾਰੇ ਬੈਠੇ ਕਿਸਾਨ ਯੂਨੀਅਨ ਦੇ ਪ੍ਰਧਾਨ ਵੀਰ ਬਲਵੰਤ ਸਿੰਘ ਜੀ, ਕਿਰਪਾ ਸਿੰਘ ਜੀ ਵੀਰ ਜੀ ਆਏ ਨੇ ਤੇ ਇਹ ਸਾਰਿਆਂ ਨਾਲ ਮੈਂ ਗੱਲ ਕਰਦਾ ਸੀ ਵੀ ਜਦੋਂ ਅਸੀਂ ਅੱਜ ਵੀ ਆਉਂਦੇ ਆ ਇਹਨਾਂ ਮਾਰਚਾਂ ਦੇ ਵਿੱਚ, ਇਹਨਾਂ ਰੋਸਾਂ ਦੇ ਵਿੱਚ ਆਉਂਦੇ ਆ ਤੇ ਵੀਰ ਜੀ ਨੂੰ ਬੇਨਤੀ ਕਰਦੇ, ਮਾੜਾ ਗਿਆ ਤੁਸੀਂ ਵੀ, ਤੇ ਵੀਰ ਜੀ ਉਹਨਾਂ ਨਾਲ ਗੱਲਬਾਤ ਚੱਲਦੀ ਸੀ ਤੇ ਬੜਾ ਸੋਹਣੀ ਇੱਕ ਗੱਲ ਮੈਨੂੰ ਆਖੀ ਇਹਨਾਂ ਨੇ, ਸਹਿ ਸੁਭਾਈ ਨਿਕਲ ਗਈ। ਥੋੜੇ ਦਿਨ ਪਹਿਲਾਂ ਇੱਕ ਯੂਪੀ ਦੇ ਵਿੱਚ ਘਟਨਾ ਹੋਈ ਵੀ ਸਾਡੇ ਸਿੰਘ ਲੰਗਰ ਲੈ ਕੇ ਜਾਂਦੇ ਨੇ ਤੇ ਬਾਪੂ ਦੀ ਕਿਵੇਂ ਕੁੱਟਮਾਰ ਕੀਤੀ ਜਾਂਦੀ ਹੈ ਉੱਥੇ। ਅਸਲ ਦੇ ਵਿੱਚ ਅੱਜ ਵੀ ਲੰਗਰਾਂ ਦੇ ਵਿੱਚ ਤੁਸੀਂ ਜਾ ਕੇ ਵੇਖੋਗੇ ਨਾ, ਇੱਥੇ ਕਿਸਾਨਾਂ ਦੇ ਵਿੱਚ ਲੰਗਰ ਲਾਏ ਨੇ, ਬੇਅੰਤੀ ਲੰਗਰ ਲਾਏ ਨੇ ਤੇ ਉਹਦੇ ਵਿੱਚ ਸਾਡੇ ਸਿੱਖ ਭਰਾ ਘੱਟ ਨੇ, ਸਾਡੇ ਜਿਹੜੇ ਵੀਰ ਆਏ ਨੇ ਉਹ ਘੱਟ ਨੇ ਤੇ ਇਧਰੋਂ ਜਾਗੇ ਕਮਿਊਨਿਟੀ ਵੱਧ ਆ। ਤੇ ਮੈਂ ਵੀਰ ਜੀ ਨੂੰ ਕਹਿੰਦਾ ਸੀ ਵੀ ਵੀਰ ਜੀ ਕਹਿੰਦੇ ਵੇਖੋ ਆ ਸਾਰੇ ਆਏ ਨੇ ਤੇ ਕੱਲ ਨੂੰ ਜੇ ਸਮਾਂ ਆਇਆ ਨਾ ਕਿਤੇ ਸਰਕਾਰ ਨੇ ਕੋਈ ਮੰਦਭਾਗੀ ਘਟਨਾ ਇੱਥੇ ਵਾਪਰੀ ਤੇ ਇਹਨਾਂ ਨੇ ਸਾਨੂੰ ਲੁੱਟ ਕੇ ਖਾ ਜਾਣਾ ਨੇ। ਇਹਨਾਂ ਨੇ ਉਹ ਹਾਲ ਹੀ ਹੋਣਾ, ਸੱਪੈ ਦੁੱਧ ਪਿਆਲੀ ਹੈ ਵੀ ਉਹ ਮੁੱਖੋਂ ਸੱਟਾ। ਇਹ ਸਾਡੇ ਬਣ ਨਹੀਂ ਸਕਦੇ, ਇਹ ਕਦੀ ਸਾਡੇ ਬਣ ਨਹੀਂ ਸਕਦੇ। ਜੇ ਸਾਡੇ ਬਣਨ ਅਸੀਂ ਤੇ ਗੱਲ ਵੱਖਰੀ 'ਚ ਲੈਣ ਨੂੰ ਤਿਆਰ ਬੈਠੇ, ਲੰਗਰ ਇਹਨਾਂ ਲਈ ਲਾਏ ਨੇ ਪਰ ਇਹ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਵੀ ਤੇ ਅਟੱਲ ਰਹਿਣੀ ਹੈ, ਮਹਾਰਾਜ ਸਾਹਿਬ ਦੀ ਬਾਣੀ ਵੀ ਅਟੱਲ ਹੈ। ਇਸ ਕਰਕੇ ਉਹ ਸੱਚਾਈਆਂ ਸਦਾ ਸਾਹਮਣੇ ਸਾਡੇ ਆਪਣੇ ਆ। ਪਰ ਮਹਾਰਾਜ ਸਾਹਿਬ ਜੀ ਜਿੱਥੇ ਇਹ ਕਹਿੰਦੇ ਨਾ ਸੱਪੈ ਦੁੱਧ ਪਿਆਲੀ ਹੈ ਵੀ ਮੁੱਖੋਂ ਸੱਟਾ, ਉੱਥੇ ਨਾਲੇ ਵੀ ਕਹਿ ਦਿੰਦੇ ਨੇ ਆਪਣ ਹੱਥੀ ਆਪਣੀ ਜੜ ਆਪ ਪੱਟੈ। ਇਹ ਸਾਰਾ ਕੁਝ ਜੋ ਕੋਈ ਸਰਕਾਰਾਂ ਕਰ ਰਹੀਆਂ ਨੇ ਇਹ ਆਪਣੀ ਜੜ੍ਹਾਂ 'ਚ ਤੇਲ ਦੇ ਰਹੀਆਂ ਨੇ ਤੇ ਇਹ ਜਿਹੜੇ ਅੰਦੋਲਨ ਹੋ ਰਹੇ ਨੇ, ਪਹਿਲਾਂ ਜਿਹੜੇ ਮੱਥੇ ਲਾਏ ਹੋਣਗੇ ਉਹਨਾਂ ਨੂੰ ਮੁਬਾਰਕ ਹੈ। ਪਰ ਜਿੰਨੀ ਵਾਰੀ ਮਾਰ ਚੱਲੀ ਹੈ, ਕੋਈ ਪੱਛਮ ਤੋਂ ਕੋਈ ਜੰਗ ਹੋਈ ਹੈ, ਕੋਈ ਉੱਤਰ ਤੋਂ ਹੋਈ, ਕੋਈ ਕਿਸੇ ਪਾਸੋਂ ਜੰਗ ਹੋਈ, ਸਾਡਾ ਪੰਜਾਬ ਵਿੱਚ ਆਉਂਦਾ ਸੀ। ਤੇ ਅੱਜ ਵੀ ਆ ਪਿੱਛੇ ਜੇ ਤੁਸੀਂ ਬਿਆਨ ਵੀ ਸ਼ਾਇਦ ਸੁਣਿਆ ਹੋਵੇ ਵੀ ਪਾਕਿਸਤਾਨ ਤੇ ਕਹਿੰਦਾ ਵੀ ਜੇ ਵਿੱਚ ਪੰਜਾਬ ਨਾ ਹੋਵੇ ਤੇ ਅਸੀਂ ਮਿੰਟ ਦੇ ਵਿੱਚ ਤੇ ਚੜ੍ਹ ਆਈਏ। ਇਹ ਸਾਡੇ ਇਹਨਾਂ ਨੂੰ ਇਸ ਅਹਿਸਾਨ ਫਰਾਮੋਸ਼ ਹੋ ਗਏ ਅਸਲ ਦੇ ਵਿੱਚ। ਤੇ ਮਹਾਰਾਜ ਜੀ ਤੇ ਕਹਿੰਦੇ ਵੀ ਕਿਰਤ ਘਾਣਾ ਨੂੰ ਤੇ ਮੈਨੂੰ ਆਪ ਨਹੀਂ ਚੰਗੇ ਲੱਗਦੇ ਇਹ, ਤੇ ਲੂਣ ਹਰਾਮ ਕਰਦੇ ਨੇ, ਸਾਡਾ ਖਾ ਕੇ ਹਰਾਮ ਕਰਦੇ ਨੇ। ਪਰ ਸਾਡੀ ਕੌਮ ਇਹੋ ਜੀ ਫਿਰ ਬਖਸ਼ ਦਿੰਦੀ ਹੈ, ਬਾਰ-ਬਾਰ ਬਖਸ਼ ਦਿੰਦੀ ਹੈ। ਪਰ ਇਹ ਸਾਡੇ ਬਾਰ-ਬਾਰ ਲੂਣ ਨਮਕ ਲਾਈ ਜਾਂਦੇ ਨੇ ਸਾਡੇ ਜ਼ਖਮਾਂ ਦੇ ਉੱਤੇ।
ਤੁਸੀਂ ਕਿਹਾ ਕਿ ਮੇਰੇ ਪਿਤਾ ਜੀ ਖੁਦ ਸੰਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੰਗਤ ਕੀਤੀ, ਅੱਜ ਵੀ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਸੀ, ਜਿੱਥੇ ਹੁਣ ਤੁਸੀਂ ਦੇਖੇ ਕਿ ਸਰਕਾਰ ਵੱਲੋਂ ਪੋਸਟਰ ਲਾਏ ਗਏ ਨੇ ਅਤਵਾਦ ਨੂੰ ਖਤਮ ਕੀਤਾ। ਤਾਂ ਕਿਵੇਂ ਦੇਖਦੇ ਹੋ ਕਿ ਜੇ ਉਹ ਅੱਤਵਾਦੀ ਸੀ ਤਾਂ ਉਹ ਲੱਖਾਂ ਲੋਕ ਵੀ ਅੱਤਵਾਦੀ ਸੀ ਜਿਹੜੇ ਕਿ ਉੱਤੇ ਨਤਮਸਤਕ ਹੋਣ ਆਏ ਸੀ? ਥੋੜੇ ਦਿਨਾਂ ਪਹਿਲਾਂ ਹੀ ਵੇਖੋ ਤੁਸੀਂ, ਸਾਰੇ ਨੈਸ਼ਨਲ ਮੀਡੀਆ ਨੇ ਜੋ ਕੁਝ ਵਿਖਾਇਆ, ਇਹਨਾਂ ਨੇ ਤੇ ਕਿਸਾਨਾਂ ਨੂੰ ਸਾਰਿਆਂ ਨੂੰ ਅੱਤਵਾਦੀ ਦੱਸਤਾ। ਇਹ ਤੇ ਭਲੇ ਨੇ ਵੀ ਹਰਿਆਣੇ ਤੋਂ ਵੀ ਵੀਰ ਸਾਰੇ ਆ ਕੇ ਰਲ ਗਏ, ਨਹੀਂ ਤੇ ਇਹਨਾਂ ਨੇ ਤੇ ਕੋਈ ਕਸਰ ਨਹੀਂ ਸੀ ਛੱਡੀ ਸਾਨੂੰ ਅੱਤਵਾਦੀ ਦੱਸਣ ਦੇ ਵਿੱਚ। ਇਹਨਾਂ ਕੋਲ ਇੱਕ ਏਜੰਡਾ ਹੁੰਦਾ ਸਰਕਾਰ ਕੋਲ, ਜਦੋਂ ਕੁਝ ਨਾ ਬਣੇ ਨਾ ਅੱਤਵਾਦੀ ਕਹਿ ਕੇ ਅਟੈਕ ਕਰ ਦਿਓ, ਇਹ ਸੌਖਾ ਏਜੰਡਾ ਬਣ ਜਾਂਦਾ। ਇਹ ਨੈਸ਼ਨਲ ਮੀਡੀਆ ਨੇ ਪੂਰਾ ਜ਼ੋਰ ਲਾਤਾ ਸੀ ਜਦੋਂ ਸਾਡੇ ਸਿੱਖ ਭਰਾ ਆਏ ਵੀ ਇਹਨਾਂ ਨੂੰ ਅੱਤਵਾਦੀ ਕਹਿ ਦਈਏ। ਯੂਪੀ ਦੇ ਭਰਾ ਆ ਗਏ, ਫਿਰ ਇਹਨਾਂ ਨੂੰ ਇਹ ਥੋੜੀ ਠੱਲ ਪਈ ਇਸ ਚੀਜ਼ ਦੇ ਉੱਤੇ। ਇਸੇ ਤਰ੍ਹਾਂ ਜਦੋਂ ਉਸ ਵੇਲੇ ਹੋਇਆ ਜੋ ਕੁਝ ਹੋਇਆ ਸਾਡੇ ਸਾਹਮਣੇ ਅੱਖੀ ਵੇਖੋ, ਜੇ ਸੰਤ ਜੀ ਅੱਤਵਾਦੀ ਸੀ, ਇੱਕ ਆਮ ਬੰਦਾ ਇੱਕ ਕ੍ਰਿਮੀਨਲ ਹੁੰਦਾ ਹੈ ਨਾ ਜਿਹੜਾ, ਉਹਦੇ ਉੱਤੇ ਥੋੜਾ ਜਿਹਾ ਵੀ ਕੋਈ ਕਹਿ ਲਓ ਕੇਸ ਹੋ ਜੇ ਤੇ ਉਹ ਕ੍ਰਿਮੀਨਲ ਬਣ ਜਾਂਦਾ, ਇੱਕ ਅੱਧਾ ਕੋਈ ਛੋਟੀ ਮੋਟੀ ਧਾਰਾ ਲੱਗ ਜੇ। ਸੰਤਾਂ ਦੇ ਜੀਵਨ ਦੇ ਵਿੱਚ, ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਕੋਈ FIR ਨਹੀਂ ਸੀ ਦਰਜ, ਫਿਰ ਅੱਤਵਾਦੀ ਕਿਹੜੇ ਕੇਸ ਦੇ ਵਿੱਚ ਸੀ? ਕਿੱਦਾਂ ਅੱਤਵਾਦੀ ਬਣ ਗਏ? ਜੇ ਅੱਤਵਾਦੀ ਕਿਹਾ ਹੀ ਜਾਂਦਾ ਹੈ, ਚਲੋ ਇਹ ਵੀ ਮੰਨ ਲਈਏ ਵੀ ਜੇ ਅਸੀਂ ਕਿਤੇ ਨਾ ਕਿਤੇ ਇਹਨਾਂ ਦੀ, ਵੈਸੇ ਤਾਂ ਸਾਡਾ ਮਨ ਮੰਨਦਾ ਨਹੀਂ, ਜੇ ਇਹ ਕਹਿੰਦੇ ਨੇ ਉੱਥੇ ਅੱਤਵਾਦੀ ਸੀ, ਸੱਚਖੰਡ ਸਾਹਿਬ ਤੇ ਇਹਨਾਂ ਨੇ ਹਮਲਾ ਕਰਤਾ, ਉੱਥੇ ਅੱਤਵਾਦੀ ਸੀ। ਬਾਕੀ ਜਿਹੜੇ 37 ਗੁਰਦੁਆਰਿਆਂ ਦੇ ਉੱਤੇ ਹਮਲਾ ਹੋਇਆ ਉਸ ਵੇਲੇ, ਉੱਥੇ ਕਿਹੜੇ ਅੱਤਵਾਦੀ ਸੀਗੇ? ਇਹ ਜਾਣਬੁੱਝ ਕੇ ਸਰਕਾਰਾਂ ਦੇ ਟੈਕਟ ਹੁੰਦੇ ਨੇ, ਅਸਲ ਦੇ ਵਿੱਚ ਇਹ ਸਾਨੂੰ ਖਤਮ ਕਰਨਾ ਚਾਹੁੰਦੇ ਨੇ ਸ਼ੁਰੂ ਤੋਂ ਹੀ। ਪੁਰਾਣੇ ਇਤਿਹਾਸ ਤੋਂ ਲੈ ਕੇ ਅੱਜ ਤੱਕ ਵੇਖੀਏ, ਇਹ ਉਦੋਂ ਮੇਰੇ ਧਿਆਨ ਦੇ ਵਿੱਚ ਨਾਮ ਨਹੀਂ ਹੈ, ਜਦੋਂ ਵੰਡ ਹੋਈ ਸੀ ਨਾ, ਤੇ ਉਦੋਂ ਹੀ ਉਹਨਾਂ ਨੇ ਆਖ ਦਿੱਤਾ ਸੀ ਵੀ ਮੈਂ ਜਿਹੜੇ ਇਹਨਾਂ ਨੂੰ ਰਾਜ ਦੇ ਕੇ ਚੱਲਿਆ, ਜਾਂ ਮੈਂ ਜਿਹੜੀ ਵੰਡ ਕਰਕੇ ਚੱਲਿਆ, ਮੈਂ ਆਪ ਹੀ ਸਿੱਖਾਂ ਦੇ ਜੜ੍ਹਾਂ 'ਚ ਤੇਲ ਲਵਾ ਕੇ ਚੱਲਿਆ। ਤੇ ਉਹ ਸਾਡੇ ਅੱਗੇ ਆਉਂਦਾ ਹੈ ਬਾਰ-ਬਾਰ। ਇਹ ਸਾਨੂੰ ਅੱਤਵਾਦੀ ਕਹਿੰਦੇ, 9 ਮਾਸ ਦਾ ਰਿਸ਼ਤਾ ਕਹਿ ਤੇ ਦਿੰਦੇ ਨੇ, 9 ਮਾਸ ਦਾ ਰਿਸ਼ਤਾ ਹੈ, ਪਰ ਕਿਤੇ ਨਾ ਕਿਤੇ ਅੰਦਰੋਂ ਇੰਨੀ ਕੁ ਖੁੰਦਕ ਆ ਵੀ ਇਹ ਸਾਨੂੰ ਮਕਾਉਣਾ ਹੀ ਚਾਹੁੰਦੇ ਨੇ। ਜੀ, ਇਹ ਵੀ ਗੱਲ ਕਹਿੰਦੇ ਨੇ ਕਿਸਾਨ ਕਿ ਜੇ ਅੱਜ ਉਹ 18 ਮਤੇ ਅਸੀਂ ਉਸ ਸਮੇਂ ਸਮਝ ਲੈਂਦੇ ਤਾਂ ਸਾਨੂੰ ਅੱਜ ਸੜਕਾਂ ਤੇ ਨਾ ਬੈਠਣਾ ਪੈਂਦਾ। ਉਹ ਕਹਿੰਦੇ ਨੇ ਕਿ ਸੰਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਸੀਗੇ ਕਿ ਅੱਜ ਜੇ ਅਸੀਂ ਹੱਕ ਲੈਣੇ ਤਾਂ ਚਲੋ ਦਿੱਲੀ ਚੱਲੀਏ, ਤਾਂ ਅੱਜ ਸਾਨੂੰ ਬੈਠਣਾ ਪਿਆ। ਤੁਹਾਨੂੰ ਕਿਵੇਂ ਲੱਗਦਾ? ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕਿਉਂਕਿ ਦੂਰ ਅੰਦੇਸ਼ੀ ਮਹਾਂਪੁਰਖਾਂ ਦੀ ਇਸੇ ਦੀ ਅਵਸਥਾ, ਇਹਨੂੰ ਹੀ ਅਵਸਥਾ ਕਹਿੰਦੇ, ਦੂਰ ਅੰਦੇਸ਼ੀ ਸੀਗੀ ਉਹਨਾਂ ਦੀ, ਵੀ ਬਹੁਤ ਦੂਰ ਤੱਕ ਸੋਚਦੇ ਸੀਗੇ। ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਵੀ ਉਸ ਵੇਲੇ ਸਾਰਿਆਂ ਨੇ ਮੰਨਿਆ ਸੀ ਇਸ ਚੀਜ਼ ਨੂੰ, ਵੀ ਸਾਰੇ ਚੱਲਣ ਨੂੰ ਤਿਆਰ ਵੀ ਸੀਗੇ, ਜਾਂਦੇ ਵੀ ਸੀਗੇ। ਪਰ ਕਿਤੇ ਨਾ ਕਿਤੇ ਇਹ ਸੋਸ਼ਲ ਮੀਡੀਆ ਦਾ ਹੁਣ ਟਾਈਮ ਆਇਆ ਵੀ ਇਹ ਜਲਦੀ ਖਬਰ ਪਹੁੰਚਾ ਦਿੰਦਾ। ਉਸ ਵੇਲੇ ਸਾਰਿਆਂ ਤੱਕ ਨਹੀਂ ਸੀ ਖਬਰਾਂ ਪਹੁੰਚਦੀਆਂ, ਭੋਲੇ ਸਿੱਖ ਸੀਗੇ, ਕਿਤੇ ਜਾਣਾ ਆਉਣਾ ਵਾਹੀਕਲ ਸਾਧਨ ਨਹੀਂ, ਕਈ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ। ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਦੇਰ ਆਏ ਦਰੁਸਤ ਆਏ, ਸੋਝੀ ਤੇ ਆਈ ਸਾਨੂੰ ਸਾਰਿਆਂ ਨੂੰ, ਸਾਨੂੰ ਸਮਝ ਤੇ ਆਈ। ਅਸੀਂ ਇੱਕ ਝੰਡੇ ਥੱਲੇ ਅੱਜ ਇਕੱਠੇ ਤੇ ਹੋਏ ਹਾਂ। ਮੈਂ ਤੇ ਇਹ ਵੀ ਮੈਂ ਤਾਂ ਸਟੇਜ ਤੇ ਵੀ ਆਖਿਆ ਸੀ ਹੁਣੇ, ਤੇ ਮੈਂ ਕਹਾਂਗਾ ਧੰਨਵਾਦ ਹੈ ਇਸ ਗੰਦੀ ਸਰਕਾਰ ਦਾ ਜਿਹਨੇ ਸਾਨੂੰ ਇੱਕ ਕਰ ਦਿੱਤਾ, ਸਾਨੂੰ ਇੱਕ ਕਰ ਦਿੱਤਾ। ਇਹਨਾਂ ਨੇ ਸਾਨੂੰ ਇੱਕ ਝੰਡੇ ਥੱਲੇ, ਸਾਨੂੰ ਇੱਕ ਏਜੰਡੇ ਥੱਲੇ, ਇੱਕ ਸੋਚ ਥੱਲੇ ਲਿਆ ਦਿੱਤਾ। ਇਹ ਜੇ ਸਦਾ ਸਾਡੀ ਕਾਇਮ ਹੋ ਜਾਏ ਤੇ ਫਿਰ ਮਹਾਰਾਜ ਸਾਹਿਬ ਜੀ ਨੇ ਬੜੀਆਂ ਬਰਕਤਾਂ ਬਖਸ਼ਿਸ਼ਾਂ ਕਰ ਹੀ ਦੇਣੀਆਂ। ਜਿਸ ਖੁਦ ਮੁਖਤਿਆਰੀ ਦੀ ਗੱਲ ਕੀਤੀ ਜਾਂਦੀ ਹੈ, ਆਮ ਕਿਤਾਬਾਂ 'ਚ ਵੀ ਅਸੀਂ ਪੜ੍ਹਦੇ ਹਾਂ ਕਿ ਸੰਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ, ਤੇ ਅੱਜ ਫਿਰ ਵੀ ਉਹਨਾਂ ਦੇ ਨਾਂ ਤੇ ਇਹ ਕਿਹਾ ਜਾਂਦਾ ਕਿ ਅਸੀਂ ਖਾਲਿਸਤਾਨ ਡੇ ਮਨਾ ਰਹੇ ਹਾਂ, ਅਸੀਂ ਖਾਲਿਸਤਾਨੀ ਜ਼ਿੰਦਾਬਾਦ ਕਹਿ ਕੇ ਨਾਅਰੇ ਲਾਉਂਦੇ ਨੇ। ਤੇ ਕਿਵੇਂ ਲੱਗਦਾ ਤੁਹਾਨੂੰ ਕਿ ਜਿੱਥੇ ਉਹ ਆਪ ਮੁਹਾਰੇ ਕਹਿੰਦੇ ਸੀ ਕਿ ਸਾਨੂੰ ਸਿਰਫ ਸ਼ੁੱਧਤਾ ਚਾਹੀਦੀ ਹੈ, ਸਿਰਫ ਪੂਰੇ ਦੇਸ਼ ਦੇ ਵਿੱਚ ਸ਼ੁੱਧ ਰਾਜ ਹੋਣਾ ਚਾਹੀਦਾ, ਤਾਂ ਕਿਵੇਂ ਦੇਖਦੇ ਹੋ ਕਿ ਜਿਹੜੇ ਅੱਜ ਵੀ ਇਸ ਨਾਂ ਤੇ ਸਿਆਸੀ ਰੋਟੀਆਂ ਸੇਕ ਰਹੇ? ਉਹ ਸਿਆਸਤ ਦਾ ਸ਼ੁਰੂ ਤੋਂ ਹੀ ਇਹ ਕਾਰਜ ਰਿਹਾ ਹੈ। ਸਿਆਸਤ ਹੁੰਦੀ ਇੱਦਾਂ ਆ ਵੀ ਕਿਸੇ ਇੱਕ ਮੁੱਦੇ ਨੂੰ ਲੈ ਕੇ ਸਿਆਸਤ ਕੀਤੀ ਜਾਂਦੀ ਹੈ। ਜਿਵੇਂ ਅੱਜ ਸਰਕਾਰਾਂ ਸਾਡੇ ਸਾਹਮਣੇ ਕੋਈ ਡਿਵੈਲਪਮੈਂਟ ਦੇ ਨਾਮ ਤੇ ਕਰਦੀ ਹੈ, ਕੋਈ ਧਰਮ ਦੇ ਨਾਮ ਤੇ ਰਾਜਨੀਤੀ ਕਰਦੇ, ਇਹ ਸਿਆਸਤਾਂ ਹੁੰਦੀਆਂ ਨੇ। ਪਰ ਜਿਹੜੀ ਖਾਲਿਸਤਾਨ ਦੀ ਗੱਲ ਇੱਦਾਂ ਵੀ ਸੰਤਾਂ ਨੇ ਆਪ ਮੰਗ ਨਹੀਂ ਸੀ ਕੀਤੀ ਖਾਲਿਸਤਾਨ ਦੀ, ਨਾ ਹੀ ਕਦੀ ਆਖਿਆ ਸੀ, ਨਾ ਹੀ ਅੱਜ ਕੋਈ ਮੰਗ ਕਰਦਾ ਹੈ। ਸੰਤਾਂ ਨੇ ਕਿਹਾ ਸੀ ਵੀ ਅਸੀਂ ਬਰਾਬਰ ਦੇ ਸ਼ਹਿਰੀ ਰਹਿਣਾ ਹੈ। ਅਸੀਂ ਇਸ ਕਰਕੇ ਨਹੀਂ, ਅਸੀਂ ਖਾਲਿਸਤਾਨ, ਅਸੀਂ ਵੱਖਰਾ ਮੁਲਕ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਸਾਡੀ ਬਰਾਬਰਤਾ ਹੋਵੇ, ਸਾਨੂੰ ਬਰਾਬਰ ਦੇ ਸ਼ਹਿਰੀ। ਉਹਨਾਂ ਨੇ ਚਿੱਠੀ ਵੀ ਦੂਜੇ ਮਹੀਨੇ ਦੇ ਵਿੱਚ ਲਿਖੀ ਸੀਗੀ, 1983 ਦੇ ਵਿੱਚ ਸੰਤਾਂ ਨੇ ਇੰਦਰਾ ਬੀਬੀ ਨੂੰ ਲਿਖੀ ਸੀ ਚਿੱਠੀ ਵੀ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ, ਸਾਨੂੰ ਬਰਾਬਰਤਾ ਦਿੱਤੀ ਜਾਵੇ। ਪਰ ਸਾਨੂੰ ਬਰਾਬਰਤਾ ਨਾ ਮਿਲਣ ਕਰਕੇ। ਤੇ ਦੂਜੀ ਗੱਲ ਵੇਖੋ, ਜਦੋਂ ਸਾਡੇ ਘਰ ਦੇ ਵਿੱਚ ਪ੍ਰਾਹੁਣਾ ਆਉਂਦਾ, ਸਿੱਧੇ ਪਾਸੋਂ ਕੋਈ ਚੱਲ ਕੇ ਆਵੇ ਤੇ ਅਸੀਂ ਉਹਨੂੰ ਜੀ ਆਇਆਂ ਆਖਦੇ ਹਾਂ। ਜੇ ਉਹੀ ਪ੍ਰਾਹੁਣਾ ਸਾਡੇ ਵਿਹੜੇ ਥਾਣੀ ਟੱਪ ਕੇ ਆ ਜੇ ਤੇ ਅਸੀਂ ਫਿਰ ਉਹ ਕਹਿੰਦੇ ਵੀ ਤੂੰ ਆਇਆ ਕਿਧਰੋਂ, ਆ ਡਾਂਗ ਚੁੱਕਣ ਨੂੰ ਜੀ ਕਰਦਾ, ਤੇ ਪਹਿਲੀ ਵਾਰ ਚ ਚੋਰ ਹੀ ਕਹਿੰਦੇ ਆ ਉਹਨੂੰ। ਇਸੇ ਤਰ੍ਹਾਂ ਜਦੋਂ ਜੇ ਤੇ ਆਉਂਦੇ ਨਾ ਸਾਡੇ ਕੋਲ ਸਿੱਧੇ, ਤੇ ਫਿਰ ਤੇ ਅਸੀਂ ਆਖਦੇ ਜੀ ਆਇਆਂ ਨੂੰ। ਇਹ ਸਾਡੇ ਤੇ ਚੜ੍ਹ ਕੇ ਆਏ ਨੇ, ਸਾਡੇ ਤੇ ਅਟੈਕ ਕੀਤਾ, ਉਹਦੇ ਕਰਕੇ ਮਹਾਂਪੁਰਖਾਂ ਨੇ ਆਖਿਆ ਸੀ ਵੀ ਜੇ ਇਹ ਚੜ੍ਹ ਕੇ ਆਏ ਤੇ ਉਧਰ ਨੀਂਹ ਰੱਖੀ ਜਾਣੀ ਜੇ, ਤੇ ਇਹਨਾਂ ਨੇ ਆਪ ਨੀਂਹ ਰਖਾਈ ਹੈ। ਤੇ ਬਾਕੀ ਰਹੀ ਗੱਲ, ਜੇ ਹੁਣ ਵੀ ਇਹ ਸਾਨੂੰ, ਜੇ ਆਹ ਹਾਲ ਸਾਡਾ ਕਰਨਗੇ, ਸਾਰੇ ਇਕਜੁੱਟ ਹੋਣਗੇ, ਤੇ ਫਿਰ ਇਹ ਜ਼ਬਰਦਸਤੀ ਸਾਨੂੰ ਛੇੜਦੇ ਪਏ ਨੇ। ਤੇ ਜੇ ਮਹਾਰਾਜ ਸਾਹਿਬ ਜੀ, ਬਾਕੀ ਇੱਕ ਅਸੀਂ ਪੜ੍ਹਦੇ ਵੀ ਹਾਂ ਦੋਹਰਾ ਮਹਾਰਾਜ ਸਾਹਿਬ ਜੀ ਬਾਣੀ ਦਾ, ਖੁਆਰ ਹੋਏ ਸਭ ਮਿਲਾਂਗੇ। ਖੁਆਰ ਤੇ ਅਸੀਂ ਬਹੁਤ ਹੋ ਗਏ, ਅੱਜ ਮਿਲ ਗਏ ਹਾਂ, ਤੇ ਬਚੇ ਸ਼ਰਨ ਜੋ ਹੋਏ। ਬਾਕੀ ਇਸ ਤੋਂ ਪਹਿਲਾਂ ਵਾਲੀ ਪੰਕਤੀ ਤੁਹਾਨੂੰ ਵੀ ਪਤਾ ਹੈ ਕਿ ਰਾਜ ਕਰੇਗਾ ਖਾਲਸਾ, ਇਹ ਮਹਾਰਾਜ ਸਾਹਿਬ ਦੀ ਬਾਣੀ ਹੈ। ਬਾਕੀ ਅਸੀਂ ਚਾਹੁੰਦੇ ਨਹੀਂ,
ਪਰ ਜੇ ਇਹੀ ਹਾਲਾਤ ਰਹੇ ਤੇ ਫਿਰ ਜਰੀਆ ਵੀ ਕੋਈ ਨਹੀਂ ਰਹਿ ਜਾਂਦਾ ਮਗਰ। ਬਹੁਤ ਬਹੁਤ ਧੰਨਵਾਦ ਜੀ। ਜਾਂਦੇ ਜਾਂਦੇ ਕੋਈ ਸੰਦੇਸ਼ ਦੇਣਾ? ਬਸ ਜੀ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਨਾ ਚਾਹਾਂਗੇ, ਜਿਹੜਾ ਅੱਜ ਪਿਆਰ ਆਪ ਜੀ ਦਾ ਬਣਿਆ ਹੈ ਇਹ ਸਦਾ ਕਾਇਮ ਰਵੇ। ਮਨ ਮਿਟਾਵ ਹੋ ਜਾਂਦੇ ਨੇ, ਘਰਾਂ ਦੇ ਵਿੱਚ ਲੜਾਈਆਂ ਭਾਂਡੇ ਆਪਸ ਦੇ ਵਿੱਚ ਖੜਕਦੇ ਰਹਿੰਦੇ ਨੇ, ਪਰ ਇਹ ਸਦਾ ਹੀ ਤੁਹਾਡਾ ਪਿਆਰ ਬਣਿਆ ਰਵੇ। ਤੇ ਇਹ ਤੋਂ ਉੱਤੇ ਉੱਠ ਕੇ ਅਸੀਂ ਇਸ ਚੀਜ਼ ਨੂੰ ਸਮਝੀਏ ਵੀ ਜੋ ਕੁਝ ਹੋਇਆ ਹੈ ਸਾਡੇ ਨਾਲ, ਸਾਡੇ ਸਾਰਿਆਂ ਦੇ ਨਾਲ ਹੋਇਆ, ਜੋ ਸਰਕਾਰਾਂ ਕਰ ਰਹੀਆਂ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਆਉਣੀਆਂ ਨੇ ਤੇ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਸਾਨੂੰ ਲਾਭ ਆ ਵੀ ਅਸੀਂ ਸਰਕਾਰ ਨੂੰ, ਮੈਨੂੰ ਬੜੀ ਸੋਹਣੀ ਗੱਲ ਵੀਰ ਜੀ ਨੇ ਆਖੀ ਸੀ ਵੀ ਇਹ ਲੜਾਈ ਦਾ ਸਮਾਂ ਨਹੀਂ ਹੈਗਾ, ਇਹਨਾਂ ਨੂੰ ਅਸੀਂ ਸਾਟੇ ਇਸ ਢੰਗ ਨਾਲ ਮਾਰੀਏ ਵੀ ਜਿਵੇਂ ਬੰਗਾਲ ਚੋਂ ਕੱਢਿਆ ਨਾ, ਸਾਰੇ ਪਾਸੋਂ ਕੱਢ ਕੇ ਮਾਰੀਏ ਇਹਨਾਂ ਨੂੰ। ਹਾਂਜੀ ਇਹ ਧੰਨਵਾਦ ਜੀ। ਬੋਲੇ ਸੋ ਨਿਹਾਲ। ਦਰਸ਼ਕੋ ਇਹ ਸਨ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿਮਰਪ੍ਰੀਤ ਸਿੰਘ ਜੀ। ਤੋਂ ਤੁਸੀਂ ਦੇਖਿਆ ਕਿੰਨੇ ਸਰਲ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਜਿੱਤੇ ਗੱਲ ਕਰਦੇ ਆ ਤਾਂ ਉਹਨਾਂ ਨੇ ਕਦੇ ਵੀ ਕੋਈ ਵੱਖਰੇ ਰਾਜ ਦੀ ਮੰਗ ਨਹੀਂ ਕੀਤੀ। ਉਹਨਾਂ ਨੇ ਹਮੇਸ਼ਾ ਹੀ ਸਾਰੇ ਨਾਲ ਮਿਲ ਕੇ ਚੱਲਣ ਦੀ ਗੱਲ ਕੀਤੀ ਸੀ। ਤਾਂ ਅੱਜ ਵੀ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਉਹਨਾਂ ਵੀ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕੀਤਾ ਜਾ ਰਿਹਾ ਜਿਨ੍ਹਾਂ ਦੇ ਉਸ ਜੂਨ 1984 ਦੇ ਵਿੱਚ ਸ਼ਹਾਦਤ ਹੋਈ ਸੀ। ਸੋ ਬਣੇ ਰਹੋ ਪੰਜਾਬ ਨਿਊਜ਼ ਨਾਲ। ਧੰਨਵਾਦ।